ਐਂਗਲੋ ਸੈਕਸ਼ਨ ਆ ਜਾਂ 올ਡ ਇੰਗਲਿਸ਼ ਆ ਇਹ ਇੰਗਲੈਂਡ ਦੇ ਵਿੱਚ ਬੋਲੀ ਜਾਂਦੀ ਸੀਗੀ, ਸਾਊਦਰਨ ਤੇ ਈਸਟਰਨ ਸਕਾਟਲੈਂਡ ਦੇ ਵਿੱਚ ਜਿਹੜੀ ਹੈਗੀ ਆ ਬੋਲੀ ਜਾਂਦੀ ਸੀਗੀ। ਜਿਹੜੀ ਐਂਗਲੋ ਸੈਕਸ਼ਨ ਆ ਜਾਂ 올ਡ ਇੰਗਲਿਸ਼ ਆ ਇਹ ਇੰਗਲੈਂਡ ਦੇ ਵਿੱਚ ਬੋਲੀ ਜਾਂਦੀ ਸੀਗੀ, ਸਾਊਦਰਨ ਤੇ ਈਸਟਰਨ ਸਕਾਟਲੈਂਡ ਦੇ ਵਿੱਚ ਜਿਹੜੀ ਹੈਗੀ ਆ ਬੋਲੀ ਜਾਂਦੀ ਸੀਗੀ। ਇਸ ਤੋਂ ਬਾਅਦ ਅਸੀਂ ਜਿਹੜੀ ਇਸ ਨਾਲ ਸੰਬੰਧਿਤ ਇੰਪੋਰਟੈਂਟ MCQ ਨੇ ਉਹ ਕਰਦੇ ਹਾਂ, ਕਿਉਂਕਿ ਇਹਨਾਂ ਦੇ ਵਿੱਚੋਂ ਵੀ ਇਹ ਵੀ ਪੇਪਰ ਦੇ ਵਿੱਚ ਪੁੱਛੇ ਜਾਣ ਦੀ ਕਾਫੀ ਜ਼ਿਆਦਾ ਸੰਭਾਵਨਾ ਹੁੰਦੀ ਹੈ। Hello everyone, welcome to our channel. We are talking about history of English literature in our previous video. In this video we will talk about Old English period. जिस तरह के ਅਸੀਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਹਿਸਟਰੀ ਆਫ ਇੰਗਲਿਸ਼ ਲਿਟਰੇਚਰ ਕਰ ਰਹੇ ਹਾਂ, ਇੰਗਲਿਸ਼ ਲਿਟਰੇਚਰ ਦੀ ਹਿਸਟਰੀ ਕਰ ਰਹੇ ਹਾਂ, ਇਤਿਹਾਸ ਕਰ ਰਹੇ ਹਾਂ। ਅੱਜ ਜਿਹੜਾ ਅਸੀਂ ਹੈਗਾ ਉਸੇ ਲੜੀ ਦੇ ਤਹਿਤ ਅਗਲੀ ਵੀਡੀਓ ਕਰਨ ਜਾ ਰਹੇ ਹਾਂ ਜਿਹੜੀ ਕਿ ਓਲਡ ਇੰਗਲਿਸ਼ ਐਂਗਲੋ ਸੈਕਸ਼ਨ ਪੀਰੀਅਡ ਤੇ ਹੈਗੀ ਆ। ਜਿਹੜਾ ਐਂਗਲੋ ਸੈਕਸ਼ਨ ਪੀਰੀਅਡ ਆ ਇਹ ਆਪਣਾ 450 ਤੋਂ ਲੈ ਕੇ 1066 ਈਸਵੀ ਤੱਕ ਰਿਹਾਗਾ ਤੇ ਇਸ ਦੇ ਵਿੱਚ 700 ਈਅਰ ਇਹ ਮੰਨਿਆ ਜਾਂਦਾ ਕਿ ਅਰਾਊਂਡ 700 ਸਾਲ ਇਹ ਰਿਹਾਗਾ। ਇਹਦੇ ਵਿੱਚ 5ਵੀਂ ਸਦੀ ਤੋਂ ਸ਼ੁਰੂ ਹੋ ਜਾਂਦਾ ਗਾ, ਉਸ ਤੋਂ ਬਾਅਦ ਇਹ 11ਵੀਂ ਸਦੀ ਦੇ ਵਿੱਚ ਤੱਕ ਚੱਲਦਾ ਗਾ। ਨਾਰਮਨ ਇਨਵੈਂਸ਼ਨ ਤੱਕ ਜਦੋਂ ਨਾਰਮਨ ਹਮਲਾ ਕਰਦੇ ਆ ਉੱਥੋਂ ਤੱਕ ਚੱਲਦਾ ਗਾ। Anglo-Saxon is the earliest historical form of the English language spoken in England and southern eastern Scotland in the early Middle Ages. ਜਿਹੜੀ ਐਂਗਲੋ ਸੈਕਸ਼ਨ ਆ ਜਾਂ 올ਡ ਇੰਗਲਿਸ਼ ਆ ਇਹ ਇੰਗਲੈਂਡ ਦੇ ਵਿੱਚ ਬੋਲੀ ਜਾਂਦੀ ਸੀਗੀ, ਸਾਊਦਰਨ ਤੇ ਈਸਟਰਨ ਸਕਾਟਲੈਂਡ ਦੇ ਵਿੱਚ ਜਿਹੜੀ ਹੈਗੀ ਆ ਬੋਲੀ ਜਾਂਦੀ ਸੀਗੀ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਹੈਗੇ ਆ ਕਾਫੀ ਸਾਰੇ ਮੈਨੂਸਕ੍ਰਿਪਟ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲ ਸਭ ਤੋਂ ਪਹਿਲਾਂ ਬਰਚੈਲੀ ਨਾਂ ਦੀ ਇੱਕ ਬੁੱਕ ਹੈਗੀ ਆ ਜਿਸ ਦੇ ਵਿੱਚ ਜਿਹੜੀ 올ਡ ਇੰਗਲਿਸ਼ ਪੋਇਟਰੀ ਹੈਗੀ ਆ ਇਸ ਏਜ ਨਾਲ ਰਿਲੇਟਡ ਸਾਡੇ ਕੋਲ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ, ਜਿਹਦੇ ਵਿੱਚ ਸਭ ਤੋਂ ਪਹਿਲਾਂ ਹੈਗੀ ਆ ਬਰਚੈਲੀ ਬੁੱਕ, ਜਿਹਦੇ ਵਿੱਚ ਸਾਡੇ ਕੋਲ ਵਿਚ ਕੰਟੇਨਸ ਅ ਵੈਲਥ ਆਫ 올ਡ ਇੰਗਲਿਸ਼ ਪੋਇਟਰੀ, ਜਿਸ ਦੇ ਵਿੱਚ ਜਿਹੜੀ ਹੈਗੀ 올ਡ ਇੰਗਲਿਸ਼ ਪੋਇਟਰੀ ਦੀ ਕਲੈਕਸ਼ਨ ਹੈਗੀ ਆ। ਆਫਟਰ ਦੈਟ ਵੀ ਹੈਵ ਵਿਵੋਲਫ ਉਹ ਮੈਨੂਸਕ੍ਰਿਪਟ ਜਿਹੜੀ ਕਿ ਇੱਕ ਆਪਾਂ ਨੂੰ ਹੀਰੋਇਕ ਸਟੋਰੀ ਦਿਖਾਉਂਦੀ ਹੈ, ਜਿਹੜੀ ਕਿ ਟਾਈਟਲ ਕਰੈਕਟਰ ਜਿਹਦਾ ਕੌਣ ਆ ਵਿਵੋਲਫ ਆ। ਉਸ ਤੋਂ ਬਾਅਦ ਸਾਡੇ ਕੋਲ ਜੂਨੀਅਸ ਨਾਂ ਦੀ ਇੱਕ ਕਿਤਾਬ ਹੈਗੀ ਆ ਜਿਹਦੇ ਵਿੱਚ ਰਿਲੀਜੀਅਸ ਪੋਇਮਸ ਨੇ। ਉਸ ਤੋਂ ਬਾਅਦ ਤੁਹਾਡੇ ਕੋਲ ਐਕਸਟਰਾ ਬੁੱਕ ਹੈਗੀ ਆ ਜਿਹੜੀ ਕਿ 131 ਪੇਜਿਸ ਦੀ ਆ ਤੇ ਜਿਹਦੇ ਵਿੱਚ ਨੈਰੇਟਿਵ ਪੋਇਮਸ, ਰਿਡਲਸ ਤੇ ਐਲਜੀਜ਼ ਹੈਗੀਆਂ। ਇਹਨਾਂ ਦੇ ਵਿੱਚੋਂ ਤੁਹਾਨੂੰ ਕੁਐਸਚਨ ਪੁੱਛ ਲਿਆ ਜਾ ਸਕਦਾ ਗਾ ਕਿ ਜਿਹੜੀਆਂ ਇਹ 올ਡ ਇੰਗਲਿਸ਼ ਏਜ ਦੀਆਂ ਸਾਡੇ ਕੋਲ ਕਿਤਾਬਾਂ ਹੈਗੀਆਂ, ਸਾਡੇ ਕੋਲ ਮੈਨੂਸਕ੍ਰਿਪਟ ਹੈਗੀਆਂ, ਕਿਹੜੀ ਕਿਤਾਬ ਦੇ ਵਿੱਚ ਕਿਹੜੀ ਮੈਨੂਸਕ੍ਰਿਪਟ ਦੇ ਵਿੱਚ ਕੀ ਆ। ਠੀਕ ਹੈ ਜੀ, ਇਹ ਤੁਸੀਂ ਸਾਰੇ ਧਿਆਨ ਨਾਲ ਕਰਨੇ ਆ। ਬਰਚੈਲੀ ਹੈਗੀ ਆ ਜਿਹੜੀ ਉਹਦੇ ਵਿੱਚ ਤੁਹਾਡੇ ਕੋਲ ਰਿਲੀਜੀਅਸ ਪੋਇਟਰੀ ਇੰਗਲਿਸ਼ ਪੋਇਟਰੀ ਹੈਗੀ ਆ। ਜੂਨੀਅਸ ਦੇ ਵਿੱਚ ਤੁਹਾਡੇ ਕੋਲ ਜਿਹੜੀ ਹੈਗੀ ਆ ਰਿਲੀਜੀਅਸ ਪੋਇਟਰੀ ਆ। ਬੁੱਕ ਆ ਜਿਹੜੀ ਇਹਦੇ ਵਿੱਚ ਤੁਹਾਡੇ ਕੋਲ ਰਿਡਲਸ, ਪੋਇਮਸ ਤੇ ਐਲਜੀਜ਼ ਹੈਗੀਆਂ ਜਿਹੜੀਆਂ, ਤੇ ਜਿਹੜੀ ਵਿਵੋਲਫ ਆ ਉਹ ਸਾਨੂੰ ਇੱਕ ਹੀਰੋਇਕ ਪੋਇਮ ਬਾਰੇ ਜਾਣਕਾਰੀ ਦਿੰਦੀ ਆ। ਥੀਸ ਵਰਕਸ ਇਨਕਲੂਡ ਜੌਨਰਸ ਸੱਚ ਐਜ਼ ਐਪਿਕ ਪੋਇਟਰੀ, ਇਹਨਾਂ 'ਚ ਹੈਜ਼ੀਓਗ੍ਰਾਫੀ ਆ, ਸਰਮਨਸ ਨੇ, ਬਾਈਬਲ ਟਰਾਂਸਲੇਸ਼ਨਸ ਨੇ, ਲੀਗਲ ਵਰਕ ਨੇ, ਕ੍ਰੋਨਿਕਲਸ ਨੇ, ਰਿਡਲਸ ਨੇ ਤੇ ਜਿਹੜੀ ਹੋਰ ਸਾਰਾ ਕੁਝ ਹੈਗਾ ਕਿ ਜਿਸ ਤਰ੍ਹਾਂ ਕਿ ਅਸੀਂ ਅੱਗੇ ਪੜ੍ਹ ਚੁੱਕੇ ਹਾਂ ਕਿ ਇਹਨਾਂ ਦੇ ਵਿੱਚ ਰਿਲੀਜੀਅਸ ਪੋਇਟਰੀ, ਇਹਨਾਂ ਦੇ ਵਿੱਚ ਹੀਰੋਇਕ ਪੋਇਟਰੀ ਆ, ਇਹਨਾਂ ਦੇ ਵਿੱਚ ਟਰਾਂਸਲੇਸ਼ਨਸ ਹੈਗੀਆਂ, ਲੀਗਲ ਵਰਕ ਹੈਗੀਆਂ, ਕ੍ਰੋਨਿਕਲਸ ਹੈਗੀਆਂ, ਰਿਡਲਸ ਹੈਗੀਆਂ। ਇਹ ਸਾਰਾ ਕੁਝ ਇਹਨਾਂ ਜਿਹੜੀਆਂ ਇਹ ਕਲੈਕਸ਼ਨ ਨੇ ਇਹਨਾਂ ਦੇ ਵਿੱਚ ਪਿਆ ਗਾ ਜਾਂ 올ਡ ਇੰਗਲਿਸ਼ ਪੀਰੀਅਡ ਦੀਆਂ ਜਿੰਨੀਆਂ ਵੀ ਬੁੱਕਸ ਨੇ ਉਹਨਾਂ ਦੇ ਵਿੱਚ ਸਾਨੂੰ ਮਿਲਦਾ ਗਾ। ਦ ਮੋਸਟ ਇੰਪੋਰਟੈਂਟ ਵਰਕ ਫਰੋਮ ਦਿਸ ਪੀਰੀਅਡ ਇਨਕਲੂਡ ਦ ਪੋਇਮ ਵਿਵੋਲਫ। ਸਾਡੇ ਕੋਲ ਵਿਵੋਲਫ ਦੀ ਜਿਹੜੀ ਪੋਇਮ ਹੈ ਮੋਸਟ ਇੰਪੋਰਟੈਂਟ ਹੈ। ਇਹਦੇ 'ਤੇ ਅਸੀਂ ਇੱਕ ਅਲੱਗ ਵੀਡੀਓ ਬਣਾਵਾਂਗੇ। ਵਿਵੋਲਫ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਪੋਇਮ ਆਫ ਦਿਸ ਪੀਰੀਅਡ ਵਿਚ ਹੈਜ਼ ਅਚੀਵਡ ਨੈਸ਼ਨਲ ਐਪਿਕ ਸਟੇਟਸ ਇਨ ਬ੍ਰਿਟੇਨ ਦੇ ਵਿੱਚ ਇਹਨੂੰ ਨੈਸ਼ਨਲ ਐਪਿਕ ਮੰਨਿਆ ਜਾਂਦਾ। ਤੁਹਾਨੂੰ ਕੁਐਸਚਨ ਪੁੱਛ ਲਿਆ ਜਾ ਸਕਦਾ ਕਿ ਬ੍ਰਿਟੇਨ ਦਾ ਨੈਸ਼ਨਲ ਐਪਿਕ ਕਿਹੜਾ ਹੈਗਾ, ਤਾਂ ਉਹ ਵਿਵੋਲਫ ਆ। ਦ ਐਂਗਲੋ ਸੈਕਸ਼ਨ ਕ੍ਰੋਨਿਕਲਸ ਇਜ਼ ਅ ਕਲੈਕਸ਼ਨ ਆਫ ਅਰਲੀ ਇੰਗਲਿਸ਼ ਹਿਸਟਰੀ। ਉਸ ਤੋਂ ਇਲਾਵਾ ਸਾਡੇ ਕੋਲ ਐਂਗਲੋ ਸੈਕਸ਼ਨ ਕ੍ਰੋਨਿਕਲਸ ਹੈਗੇ ਜਿਹੜੇ ਕਿ ਸਾਨੂੰ ਇੰਗਲਿਸ਼ ਦੀ ਇੰਗਲੈਂਡ ਦੀ ਜਿਹੜੀ ਹਿਸਟਰੀ ਦੱਸਦੇ ਆ। ਮੋਸਟ 올ਡ ਇੰਗਲਿਸ਼ ਪੋਇਟਸ ਆਰ ਅਨੋਨੀਮਸ ਭਾਵ ਕਿ ਜਦੋਂ ਸਾਨੂੰ ਕਿਸੇ ਦਾ ਨਾਮ ਨਾ ਪਤਾ ਹੋਵੇ, ਜਿਹੜੀ ਬੁੱਕ ਦੇ ਉੱਤੇ ਕਿਸੇ ਰਾਈਟਰ ਦਾ ਨਾਮ ਨਾ ਹੋਵੇ, ਉਹਨੂੰ ਅਸੀਂ ਅਨੋਨੀਮਸ ਬੁੱਕ ਕਹਿੰਦੇ ਆ। ਸਾਡੇ ਕੋਲ ਜਿਹੜੇ 올ਡ ਇੰਗਲਿਸ਼ ਦੇ ਰਾਈਟਰ ਨੇ, ਪੋਇਟ ਨੇ, ਉਹ ਅਨੋਨੀਮਸ ਨੇ, ਸਾਨੂੰ ਉਹਨਾਂ ਦੇ ਨਾਮ ਨਹੀਂ ਮਿਲਦੇ, ਪਰ ਫਿਰ ਵੀ ਥੋੜ੍ਹੇ ਜਿਹੇ ਰਾਈਟਰ ਹੈਗੇ ਜਿਨ੍ਹਾਂ ਦੇ ਸਾਨੂੰ ਨਾਮ ਮਿਲਦੇ ਆ, ਜਿਨ੍ਹਾਂ ਦੇ ਵਿੱਚ ਹੈਗਾ ਸਭ ਤੋਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਹੈਗਾ ਕੈਡਮਨ, ਉਸ ਤੋਂ ਬਾਅਦ ਬੇਡ, ਐਲਫਰਡ, ਕਿਨਵੁਲਫ। ਉਸ ਤੋਂ ਇਲਾਵਾ ਜਿਹੜੇ ਰਾਈਟਰ ਹੈਗੇ ਇਹ ਆਪਣੀਆਂ ਬਾਇਓਗ੍ਰਾਫੀਜ਼ ਦੇ ਲਈ ਵੀ ਜਾਣੇ ਜਾਂਦੇ ਆ। ਹਾਂਜੀ, ਇਸ ਤੋਂ ਇਲਾਵਾ ਸਾਡੇ ਕੋਲ ਦ ਮੋਸਟ ਵਾਈਡਲੀ ਨੋਨ ਆਥਰ ਆਫ 올ਡ ਇੰਗਲਿਸ਼ ਵਾਜ਼
ਕਿੰਗ ਅਲਫਰਡ ਆ ਜਿਹੜਾ ਇਹ ਇੱਕ ਬਹੁਤ ਚੰਗਾ ਜਿਹੜਾ ਆਥਰ ਸੀਗਾ ਜਿਹਨੇ ਹੂ ਟਰਾਂਸਲੇਟਡ ਮੈਨੀ ਬੁੱਕਸ ਫਰੋਮ ਲੈਟਨ ਟੂ ਇੰਗਲਿਸ਼। ਇਹਨੇ ਲੈਟਨ ਤੋਂ ਇੰਗਲਿਸ਼ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਟਰਾਂਸਲੇਟ ਕੀਤੀਆਂ। ਇਹਨਾਂ ਦੇ ਸਾਰਿਆਂ ਦੇ ਨਾਮ ਲਿਖਿਆ, ਤੁਸੀਂ ਵੇਖ ਸਕਦੇ ਹੋ। ਇਹ ਸਾਰੀਆਂ ਜਿਹੜੀਆਂ ਕਿਤਾਬਾਂ ਸੀਗੀਆਂ ਇਹ ਕਿੰਗ ਅਲਫਰਡ ਨੇ ਟਰਾਂਸਲੇਟ ਕੀਤੀਆਂ। ਉਸ ਤੋਂ ਇਲਾਵਾ ਜਿਹੜੀਆਂ ਆਹ ਬੁੱਕਸ ਨੇ ਸੋਲੀਲੋਕੀਜ਼ ਆਫ ਸੇਂਟ ਅਗਸਟਾਈਨ, ਇਹ ਸਾਰੀਆਂ ਕਿਤਾਬਾਂ ਜਿਹੜੀਆਂ ਇਹਨਾਂ ਨੇ ਟਰਾਂਸਲੇਟ ਕੀਤੀਆਂ ਕਿੰਗ ਅਲਫਰਡ ਨੇ। ਤੁਹਾਨੂੰ ਇਹਦੇ ਤੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਗਾ। ਉਸ ਤੋਂ ਇਲਾਵਾ Alfred was also responsible for a translation of 50 Psalms into Old English। ਇਸ ਤੋਂ ਇਲਾਵਾ ਉਹਨੇ ਬਹੁਤ ਸਾਰੀਆਂ ਜਿਹੜੇ ਹੈਗੇ Psalms ਉਹ ਵੀ ਟਰਾਂਸਲੇਟ ਕੀਤੇ। ਇਸ ਤੋਂ ਇਲਾਵਾ ਜਿਹੜੇ ਉਹਦੇ ਸਾਥੀ ਸੀਗੇ Old English translations associated by associates of Alfred, the history of the world by Orosius, ਇੱਕ ਇਹ ਕਿਤਾਬ ਸੀਗੀ ਜਿਹੜੀ ਇਹਦੇ ਕਿਸੇ ਸਾਥੀ ਨੇ ਟਰਾਂਸਲੇਟ ਕੀਤੀ ਸੀ। ਉਸ ਤੋਂ ਇਲਾਵਾ Augustine of Hippos, the city of God। ਉਸ ਤੋਂ ਇਲਾਵਾ ਜਿਹੜੀਆਂ ਹੋਰ ਕਿਤਾਬਾਂ ਨੇ ਉਹ ਸਾਰੀਆਂ ਦਾ ਕਲੈਸਟੀਅਲ ਹਿਸਟਰੀ ਆਫ ਦਾ ਇੰਗਲਿਸ਼ ਪੀਪਲ ਬਾਈ ਵੇਡ, ਇਹ ਸਾਰੀਆਂ ਕਿਤਾਬਾਂ ਜਿਹੜੀਆਂ ਟਰਾਂਸਲੇਟ ਕੀਤੀਆਂ ਗਈਆਂ। ਇਹਦੇ 'ਚ ਜਿਹੜਾ ਅਲਫਰਡ ਸੀਗਾ ਕਿੰਗ ਅਲਫਰਡ ਦਾ ਵੱਡਾ ਯੋਗਦਾਨ ਸੀਗਾ। ਇਸ ਤੋਂ ਇਲਾਵਾ ਜਿਹੜਾ ਅਗਲਾ ਰਾਈਟਰ ਆ ਉਹ ਹੈਗਾ ਗਾ ਕਿਨਵੁਲਫ ਇੱਕ ਵੱਡਾ ਰਾਈਟਰ ਹੈ ਇਸ ਏਜ ਦਾ। ਇਹਨੇ ਬਹੁਤ ਸਾਰੀਆਂ ਪੋਇਮਸ ਲਿਖੀਆਂ। ਇਹਦੀ ਜਿਹੜੇ ਪੋਇਮਸ ਨੇ ਸਾਨੂੰ ਵਰਚੈਲੀ ਮਨੂਸਕ੍ਰਿਪਟ ਆ ਜਿਹੜੀ, ਅਤੇ ਦੂਸਰੀ ਜਿਹੜੀ ਜੂਲੀਅਨ ਮਨੂਸਕ੍ਰਿਪਟ ਆ ਉਹਦੇ ਵਿੱਚ ਮਿਲਦੀਆਂ ਨੇ। ਇਹਨਾਂ ਦੇ ਪੋਇਮਸ ਦੇ ਸਾਰੇ ਨਾਮ ਤੁਹਾਡੇ ਸਕਰੀਨ 'ਤੇ ਤੁਸੀਂ ਵੇਖ ਰਹੇ ਹੋ। ਇਹਨਾਂ ਦੇ ਵਿੱਚੋਂ ਵੀ ਕਈ ਵਾਰ ਜਿਹੜਾ ਹੈਗਾ ਕੁਐਸਚਨ ਪੁੱਛ ਲਿਆ ਜਾਂਦਾ ਹੈਗਾ। ਇਸ ਤੋਂ ਬਾਅਦ ਅਸੀਂ ਜਿਹੜੀ ਇਸ ਏਜ ਨਾਲ ਸੰਬੰਧਿਤ ਇੰਪੋਰਟੈਂਟ MCQ ਨੇ ਉਹ ਕਰਦੇ ਹਾਂ, ਕਿਉਂਕਿ ਇਹਨਾਂ ਦੇ ਵਿੱਚੋਂ ਵੀ ਇਹ ਵੀ ਪੇਪਰ ਦੇ ਵਿੱਚ ਪੁੱਛੇ ਜਾਣ ਦੀ ਕਾਫੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਸਭ ਤੋਂ ਪਹਿਲਾਂ ਹੈਗਾ ਗਾ ਦਾ ਐਂਗਲੋ ਸੈਕਸ਼ਨ ਪੀਰੀਅਡ ਇਜ਼ ਸੈਟ ਟੂ ਡੇਟ ਫਰੋਮ। ਐਂਗਲੋ ਸੈਕਸ਼ਨ ਪੀਰੀਅਡ ਕਦੋਂ ਤੋਂ ਰਿਹਾ ਗਾ? ਇਹ ਸਾਡੇ ਕੋਲ ਜੀ 449 ਤੋਂ ਲੈ ਕੇ 1066 ਈਸਵੀ ਤੱਕ ਰਿਹਾ ਹੈਗਾ ਗਾ। ਉਸ ਤੋਂ ਬਾਅਦ ਸੈਕਿੰਡ ਹੈਗਾ ਗਾ ਫਾਰ ਹਾਊ ਮੈਨੀ ਈਅਰਸ ਦੇਅਰ ਵਾਜ਼ ਨੋ ਨੇਟਿਵ ਲਿਟਰੇਚਰ ਇਨ ਇੰਗਲੈਂਡ। ਬਹੁਤ ਸਾਰੇ ਸਾਲਾਂ ਤੱਕ ਇੰਗਲੈਂਡ ਦਾ ਕੋਈ ਆਪਦਾ ਨੇਟਿਵ ਲਿਟਰੇਚਰ ਹੈ ਨਹੀਂ ਸੀ। ਬਟ ਚੇਂਜਡ ਦੈਟ ਦ ਆਈਲੈਂਡ ਬਿਕਮ ਲਾਰਜਲੀ ਕ੍ਰਿਸਚਨ। ਇਹਦਾ ਇਫੈਕਟ ਕੀ ਪਿਆ ਕਿ ਜਿਹੜੀ ਉੱਥੇ ਦੀ ਆਈਲੈਂਡ ਸੀਗੀ ਇੰਗਲੈਂਡ ਦੀ ਉਹ ਕ੍ਰਿਸਚਨ ਹੋ ਗਈ, ਕ੍ਰਿਸਚਨ ਧਰਮ ਵੱਲ ਜਿਹੜੀ ਹੈਗਾ ਮੁੜ ਗਈ। ਉਸ ਤੋਂ ਬਾਅਦ ਆਉਂਦਾ ਗਾ whose ecclesial history of the English people recounts the story of the church in England। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਇਹ ਕਿਤਾਬ ਜਿਹੜੀ ਵੇਡ ਨੇ ਲਿਖੀ ਆ, ਤਾਂ ਇਹਦਾ ਰਾਈਟ ਆਨਸਰ ਜਿਹੜਾ ਹੈਗਾ ਗਾ ਵੇਡ ਆ। ਉਸ ਤੋਂ ਬਾਅਦ ਹੈਗਾ ਗਾ ਬਟ ਕਿੰਗ ਆਫ ਦਾ ਬੈਸਟ ਸੈਕਸ਼ਨ ਸਪੋਰਟਡ ਲਿਟਰੇਚਰ ਈਵਨ ਟਰਾਂਸਲੇਟਿੰਗ ਵੋਇਥੀਸੀਅਸ ਕੰਸੋਲੇਸ਼ਨ ਆਫ ਫਿਲੋਸਫੀ। ਇਹ ਵੀ ਅਸੀਂ ਕੁਐਸਚਨ ਪੜ੍ਹ ਚੁੱਕੇ ਹਾਂ। ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਗਾ ਕਿੰਗ ਅਲਫਰਡ। ਵੇਡ ਟੈਲਸ ਦਾ ਸਟੋਰੀ ਆਫ ਐਨ ਅਨਲਰਨਡ ਕਾਲਡ who instituted a school of Christian poetry। who was he? ਜਿਹੜੀ ਇਹਦੇ 'ਚ ਨੇ ਗੱਲ ਕੀਤੀ ਉਹ ਕੀਤੀ ਆ ਕੈਡਮਨ ਦੀ। ਇਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਕੁਐਸਚਨ ਹੈਗਾ ਉਹ ਹੈਗਾ ਗਾ ਦ ਆਥਰ ਹੂ ਰੋਟ ਡਾਊਨ ਵਿਵੋਲਫ ਵਾਜ਼ ਪ੍ਰੋਬੇਬਲੀ ਜਿਹਨੇ ਜਿਹੜਾ ਵਿਵੋਲਫ ਨਾਂ ਦਾ ਇਹ ਐਪਿਕ ਆ, ਨੈਸ਼ਨਲ ਐਪਿਕ ਆ, ਇਹਨੇ ਜਿਹਨੇ ਲਿਖਿਆ ਗਾ ਇਹ ਮੰਨਿਆ ਜਾਂਦਾ ਗਾ ਕਿ ਉਹ ਕੋਈ ਰਾਈਟਰ ਸੀ ਜਿਹੜਾ ਉਹ ਕ੍ਰਿਸਚਨ ਸੀਗਾ। ਨੈਕਸਟ ਕੁਐਸਚਨ ਸਾਡੇ ਕੋਲ ਆ ਜਾਂਦਾ ਵੇਅਰ ਡਜ਼ ਦਿਸ ਕੋਟ ਕਮ ਫਰੋਮ। ਇਹ ਕੋਟ ਕਿੱਥੋਂ ਆ ਜਾਂਦਾ? ਮਿਡਲ ਅਰਥ ਮੈਨਕਾਈਂਡਸ ਗਾਰਡੀਅਨ ਅਟਰਨਲ ਲਾਰਡ ਆਫਟਰਵਰਡਸ ਮੇਡ। ਇਹ ਸਾਡੇ ਕੋਲ ਜੀ ਕੈਡਮਨ ਜਿਹੜੇ ਹੈਮ ਨੇ ਉਹਨਾਂ ਦੇ ਵਿੱਚੋਂ ਸਾਡੇ ਕੋਲ ਇਹ ਕੋਟੇਸ਼ਨ ਮਿਲਦੀ ਹੈ। ਇਹਦਾ ਸਭ ਤੋਂ ਇੰਪੋਰਟੈਂਟ ਵਰਕ ਹੈ, ਇਹਦੇ 'ਚੋਂ ਬਹੁਤ ਵਾਰ ਕੁਐਸਚਨ ਪੁੱਛ ਲਿਆ ਜਾਂਦਾ ਗਾ। ਉਸ ਤੋਂ ਬਾਅਦ ਆ ਜਾਂਦਾ ਗਾ ਫਰੋਮ ਵਟ ਵਰਕ ਡਜ਼ ਦਿਸ ਕੋਟ ਕਮ ਫਰੋਮ। ਇਹ ਕੋਟ ਕਿੱਥੋਂ ਆਈ? ਵੰਡਰਫੁਲ ਵਾਜ਼ ਦਾ ਟਰਫ ਟਰੀ ਐਂਡ ਆਈ ਸਟੇਨਡ ਵਿਦ ਸਿਨਸ ਵੋਂਡਡ ਵਿਦ ਰਾਉਂਗ ਡੂਇੰਗਸ। ਇਹ ਸਾਡੇ ਕੋਲ ਡਰੀਮ ਆਫ ਦਾ ਰॉड ਨਾਂ ਦੀ ਕਿਸ ਏਜ ਦੀ ਨਾਲ ਰਿਲੇਟਡ ਕਿਤਾਬ ਆ, ਉਹਦੇ ਵਿੱਚੋਂ ਮਿਲਦਾ ਗਾ ਜੀ। ਬਟ ਵਰਕ ਬਿਗਿਨਸ ਯੈਸ ਵੀ ਹੈਵ। ਕਿਹੜਾ ਜਿਹੜਾ ਵਰਕ ਆ ਉਹ ਇਹਨਾਂ ਲਾਈਨਸ ਨਾਲ ਸ਼ੁਰੂ ਹੁੰਦਾ ਗਾ ਯੈਸ ਵੀ ਹੈਵ ਹਰਡ ਆਫ ਦ ਗਲੋਰੀ ਆਫ ਦ ਸਪੀਅਰ ਡੇਨਸ ਕਿੰਗਸ ਇਨ ਦ ਓਲਡ ਡੇਜ਼ ਹਾਊ ਦ ਪ੍ਰਿੰਸਿਸ ਆਫ ਦੈਟ ਪੀਪਲ ਡਿਡ ਬ੍ਰੇਵ ਡੀਡਸ। ਹੁਣ ਇਹਦੇ 'ਚ ਡੇਨਸ ਦੀ ਗੱਲ ਆਉਂਦੀ ਹੈ ਤਾਂ ਡੈਫੀਨੇਟਲੀ ਇਹ ਕਿਹਦੇ ਨਾਲ ਰਿਲੇਟਡ ਆ? ਵਿਵੋਲਫ ਨਾਲ ਰਿਲੇਟਡ ਆ, ਕਿਉਂਕਿ ਵਿਵੋਲਫ ਦੇ ਵਿੱਚ ਜਿਹੜੀ ਡੇਨਸ ਨਾਂ ਦੀ ਜਗ੍ਹਾ ਦਾ ਜ਼ਿਕਰ ਆਉਂਦਾ ਗਾ। ਇਨ ਵਿਵੋਲਫ ਵਟ ਇਜ਼ ਥੇਨ। ਥੇਨ ਕਿਹਨੂੰ ਕਿਹਾ ਜਾਂਦਾ ਸੀ? ਵਿਵੋਲਫ ਦੇ ਵਿੱਚ ਜਿਹੜੇ ਵॉरियर ਹੁੰਦੇ ਸੀਗੇ ਉਹਨਾਂ ਨੂੰ ਥੇਨ ਕਿਹਾ ਜਾਂਦਾ ਸੀਗਾ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਕੁਐਸਚਨ ਆਉਂਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਓਲਡ ਇੰਗਲਿਸ਼ ਵਰਕ। ਹਾਂਜੀ ਓਬਵੀਅਸਲੀ ਇਹਦੇ 'ਚ ਕੈਂਟਰਬਰੀ ਟੇਲ ਆ ਜਿਹੜੀ ਇਹ ਸਾਡੇ ਕੋਲ ਓਲਡ ਇੰਗਲਿਸ਼ ਦੀ ਜਿਹੜੀ ਵਰਕ ਨਹੀਂ ਹੈਗਾ, ਕਿਉਂਕਿ ਇਹ ਚੌਸਰ ਨੇ ਲਿਖਿਆ ਉਹ ਇਸ ਤੋਂ ਬਾਅਦ ਆਉਂਦਾ ਗਾ। ਅਤੇ ਬਾਕੀ ਜਿਹੜੇ ਤਿੰਨ ਡਰੀਮ ਆਫ ਦਾ ਰॉड ਦਾ ਬੈਟਲ ਆਫ ਮੈਲਟਨ ਅਤੇ ਬੈਂਡਰ ਨੇ ਜਿਹੜੇ ਇਹ ਸਾਡੇ ਕੋਲ ਓਲਡ ਇੰਗਲਿਸ਼ ਦੇ ਵਰਕ ਹੈਗੇ ਆ।
ਹਾਂਜੀ, ਅਗਲਾ ਜਿਹੜਾ ਹੈਗਾ, ਇਨ ਦਿਸ ਪੋਇਮ ਐਨ ਐਗਜ਼ਾਈਲ ਇਜ਼ ਸਰਚਿੰਗ ਫॉर ਅ ਨਿਊ ਲਾਰਡ ਐਂਡ ਹਾਲ। ਇਹ ਬੈਂਡਲਰ ਦੇ ਵਿੱਚੋਂ ਲਿਆ ਗਿਆ ਹੈਗਾ। ਉਸ ਤੋਂ ਬਾਅਦ ਆ ਜਾਂਦਾ ਹੈਗਾ, ਵਟ ਇਜ਼ ਦ ਪ੍ਰਾਇਮਰੀ ਲਿਟਰੇਰੀ ਡਿਵਾਈਸ ਯੂਜ਼ਡ ਇਨ ਓਲਡ ਇੰਗਲਿਸ਼ ਪੋਇਟਰੀ। ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਕਿ ਕਿਹੜੀ ਲਿਟਰੇਰੀ ਡਿਵਾਈਸ ਯੂਜ਼ ਕੀਤੀ ਜਾਂਦੀ ਸੀਗੀ ਓਲਡ ਇੰਗਲਿਸ਼ ਪੋਇਟਰੀ ਦੇ ਵਿੱਚ, ਉਹ ਸੀਗੀ ਐਲਿਟਰੇਸ਼ਨ। ਇਸ ਤੋਂ ਅਗਲਾ ਕੁਐਸਚਨ ਹੈਗਾ, ਵਟ ਡਜ਼ ਬਿਗਿਨ ਹੀ ਹੂ ਇਜ਼ ਅਲੋਨ ਆਫਨ ਲੀਵਸ ਟੂ ਫਾਈਂਡ ਫੇਵਰ। ਇਹ ਵੀ ਦਾ ਵੈਂਡਰਰ ਦੇ ਵਿੱਚੋਂ ਲਿਆ ਗਿਆ, ਜਿਹੜਾ ਹੈਗਾ ਲਾਈਨ ਲਈ ਗਈ ਹੈ ਵੈਂਡਰਰ ਦੇ ਵਿੱਚੋਂ। ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਲਾਈਕ ਜ਼ਰੂਰ ਕਰ ਦਿਓ। ਥੈਂਕ ਯੂ।